ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਤੁਹਾਨੂੰ ਸੰਤ ਬਾਬਾ ਆਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਦੀਆਂ ਸਾਖੀਆਂ ਬਾਰੇ ਜਾਣੂ ਕਰਵਾਉਣ ਜਾ ਰਹੇ ਹਾਂ, ਜੋ ਕਿ ਉਹਨਾਂ ਦੀ ਬੁੱਕ ਆਨੰਦ ਸਰੋਵਰ ਜੀਵਨ ਸੰਤ ਬਾਬਾ ਆਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਭਾਗ ਪਹਿਲਾ ਵਿੱਚ ਦਰਜ ਹਨ। ਕੁਝ ਸਾਖੀਆਂ ਅਸੀਂ ਉਹਨਾਂ ਦੀਆਂ ਪਹਿਲਾਂ ਤੁਹਾਡੇ ਨਾਲ ਸਾਂਝੀਆਂ ਕਰ ਚੁੱਕੇ ਹਾਂ, ਤਾਂ ਅੱਜ ਅਸੀਂ ਉਹਨਾਂ ਦੀ ਅਗਲੀ ਸਾਖੀ ਪਟਿਆਲੇ ਵੱਲ ਪਿਆਨਾ ਬਾਰੇ ਤੁਹਾਨੂੰ ਜਾਣੂ ਕਰਾਵਾਂਗੇ। ਇਸ ਵਰੇ ਮਾਰਚ ਦੇ ਮਹੀਨੇ ਵਿੱਚ ਪਟਿਆਲਾ ਰਾਜ ਘਰਾਣੇ ਵਿੱਚ ਸਤਿਗੁਰਾਂ ਦੀ ਅਪਾਰ ਕਿਰਪਾ ਨਾਲ ਟਿੱਕਾ ਸਾਹਿਬ ਨੇ ਜਨਮ ਲਿਆ। ਪਹਿਲਾ ਬੱਚਾ ਰਾਜਕੁਮਾਰੀ ਸੀ। ਸਭ ਪਾਸੇ ਖੁਸ਼ੀਆਂ ਹੋਣੀਆਂ ਸੁਭਾਵਕ ਸਨ। ਰਾਜ ਘਰਾਣੇ ਦੀ ਚਾਹ ਸੀ ਕਿ ਟਿੱਕਾ ਜੀ ਦੇ ਜਨਮ ਸੰਬੰਧੀ ਨਾਮ ਸੰਸਕਾਰ ਜਿਵੇਂ ਅਵਸਰ 'ਤੇ ਬਾਬਾ ਜੀ ਫਿਰ ਦਰਸ਼ਨ ਦੇਣ। ਸੋ ਰਾਜ ਮਾਤਾ ਸਾਹਿਬ ਦੀਆਂ ਬੇਨਤੀਆਂ ਪਰ ਸਤਿਗੁਰੂ ਦਾ ਹੁਕਮ ਲੈਣ ਉਪਰੰਤ ਬਾਬਾ ਜੀ ਨੇ ਨਗਰੋਟੇ ਤੋਂ ਪਟਿਆਲੇ ਜਾਣਾ ਪ੍ਰਵਾਨ ਕਰ ਲਿਆ। ਭਾਵੇਂ ਮਹੀਨਾ ਜੂਨ ਦੀ ਕੜਕਦੀ ਧੁੱਪ ਦਾ ਸੀ। ਨਗਰੋਟਿਓਂ ਚੱਲ ਰਾਹ ਦੀ ਰਾਤ ਬੱਲਾ ਸਾਹਿਬ ਗੁਰਦੁਆਰੇ ਦੇ ਬਾਹਰ ਕੱਟੀ। ਉੱਥੋਂ 12:15 ਦੇ ਇਸ਼ਨਾਨ ਵੇਲੇ ਸ੍ਰੀ ਦਰਬਾਰ ਸਾਹਿਬ ਪੁੱਜਣਾ ਔਖਾ ਸੀ। ਸੋ ਇੱਕ ਗੜਵਾ ਜਲ ਦਾ ਸਰੋਵਰ ਵਿੱਚੋਂ ਮੰਗਾ, ਉਸੇ ਵਿੱਚ ਹੋਰ ਜਲ ਮਿਲਾ ਇਸ਼ਨਾਨ ਇੱਥੇ ਹੀ ਕਰ ਲਿਆ। ਸਵੇਰੇ 13 ਜੁਲਾਈ ਸੋਮਵਾਰੀ ਅਮਾਵਸ ਕਾਰਨ ਹਰਿਮੰਦਰ ਸਾਹਿਬ ਭੀੜ ਭੜੱਕਾ ਬਹੁਤ ਸੀ। ਸੋ ਕੇਵਲ ਮੱਥਾ ਟੇਕ ਕੇ ਉੱਥੋਂ ਪਟਿਆਲੇ ਵੱਲ ਚਾਲੇ ਪਾ ਦਿੱਤੇ। ਪਿੱਛੇ ਦੱਸਿਆ ਗਿਆ ਹੈ ਕਿ ਬਾਬਾ ਜੀ ਦੇ ਨਗਰੋਟੇ ਜਾਣ ਸਮੇਂ ਜਲੰਧਰ ਦੀ ਸੰਗਤ ਨੂੰ ਦਰਸ਼ਨਾਂ ਦਾ ਅਵਸਰ ਨਾ ਮਿਲਿਆ। ਸਰਦਾਰ ਸੁਰਮੁਖ ਸਿੰਘ ਜੀ ਅਨੁਸਾਰ ਇਸ ਨਿਰਾਸਤਾ ਵਿੱਚ ਬਾਬਾ ਜੀ ਦੀ ਸਿੱਖਿਆ ਅਨੁਸਾਰ ਸਭ ਸੰਗੀਆਂ ਨੇ ਮਤਾ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਦਾ ਇੱਕ ਸਾਧਾਰਨ ਪਾਠ ਆਪ ਹੀ ਰਲ ਕੇ ਕੀਤਾ ਜਾਵੇ ਤੇ ਦਰਸ਼ਨ ਦੇਣ ਲਈ ਅਰਦਾਸ ਕੀਤੀ ਜਾਵੇ। ਗੁਰਦੁਆਰਾ ਗੋਬਿੰਦਗੜ੍ਹ ਵਿੱਚ ਇਹ ਅਰਦਾਸਾਂ ਕਰਕੇ ਪਾਠ ਆਰੰਭ ਹੋਇਆ। ਪਰ ਭੋਗ ਪੈਣ ਤੋਂ ਪਹਿਲਾਂ ਮੈਨੂੰ ਆਪਣੇ ਸਹੁਰਿਆਂ ਰਾਏਕੋਟ ਲੁਧਿਆਣਾ ਤੋਂ ਜ਼ਰੂਰੀ ਤਾਰ ਆ ਗਈ। ਸੋ ਬਾਕੀ ਸੰਗੀਆਂ ਦੀ ਆਗਿਆ ਨਾਲ ਮੈਂ ਤਾਂ ਉੱਥੇ ਚਲਾ ਗਿਆ। ਪਰ ਮੇਰੇ ਜਾਣ ਤੋਂ ਪਿੱਛੋਂ ਹੀ ਪਤਾ ਲੱਗਾ ਕਿ ਬਾਬਾ ਜੀ ਦੀ ਕਾਰ ਦਾਸ ਦੇ ਮਕਾਨ ਦੇ ਸਾਹਮਣੇ ਆ ਖੜੀ ਹੋਈ। ਮਕਾਨ ਜਰਨੈਲੀ ਸੜਕ ਦੇ ਉੱਪਰ ਹੀ ਸੀ। ਸਰਦਾਰ ਜਸਵੰਤ ਸਿੰਘ ਦੇ ਅੰਦਰ ਆਉਣ ਪਰ ਸਪੁੱਤਨੀ ਨੇ ਬਾਬਾ ਜੀ ਦੀ ਸੇਵਾ ਵਿਖੇ ਦੁੱਧ ਭੇਜਿਆ ਤੇ ਪੜੋਸ ਵਿੱਚ ਰਹਿੰਦੇ ਸਰਦਾਰ ਗੁਰਦਿਆਲ ਸਿੰਘ ਅਫਸਰ ਮਾਲ ਤੇ ਸਰਦਾਰ ਸਰੂਪ ਸਿੰਘ ਵਕੀਲ ਹੋਰਾਂ ਨੂੰ ਝੱਟ ਬੁਲਾ ਭੇਜਿਆ। ਸਰਦਾਰ ਗੁਰਦਿਆਲ ਸਿੰਘ ਤੁਰੰਤ ਆ ਗਏ, ਪਰ ਉਹਨਾਂ ਦੇ ਬੇਨਤੀ ਕਰਨ ਤੇ ਵੀ ਨਾ ਬਾਬਾ ਜੀ ਨੇ ਦੁੱਧ ਛਕਿਆ ਤੇ ਨਾ ਹੀ ਠਹਿਰਨ ਦੀ ਰਜਾਮੰਦੀ ਦਿੱਤੀ। ਇਹ ਫਰਮਾਉਂਦੇ ਹੋਏ ਕਿ ਜਿਸ ਨੇ ਸਾਨੂੰ ਸੱਦਿਆ ਹੈ ਉਹ ਆਪ ਤਾਂ ਸਹੁਰੇ ਘਰ ਜਾ ਵੜਿਆ ਹੈ। ਇਤਨੇ ਬਚਨ ਕਰ ਤੇ ਆਪਣਾ ਫਰਜ਼ ਇਉਂ ਪੂਰਾ ਕਰ ਬਾਬਾ ਜੀ ਪਟਿਆਲੇ ਵੱਲ ਚੱਲਦੇ ਬਣੇ। ਪਰ ਜਿਵੇਂ ਕਿ ਸਰਦਾਰ ਸਰਮੁਖ ਸਿੰਘ ਜੀ ਨੇ ਹੋਰ ਪੁੱਛਣ ਤੇ ਸਪਸ਼ਟ ਕੀਤਾ ਹੈ, ਅਸਲ ਕਾਰਨ ਜਿਸ ਕਰਕੇ ਨਗਰੋਟੇ ਜਾਂਦਿਆਂ ਵੀ ਨਾ ਠਹਿਰੇ ਤੇ ਪਟਿਆਲੇ ਜਾਂਦਿਆਂ ਠਹਿਰ ਕੇ ਵੀ ਕੁਝ ਗ੍ਰਹਿਣ ਨਾ ਕੀਤਾ, ਇਹ ਸੀ ਕਿ ਉਹਨਾਂ ਵੱਲੋਂ ਬਾਬਾ ਜੀ ਨੂੰ ਠਹਿਰਾਉਣ ਤੇ ਫਿਰ ਪਾਠ ਕਰਾਉਣ ਵਿੱਚ ਵੀ ਇੱਕ ਵਿਸ਼ੇਸ਼ ਸਕਾਮਤਾ ਸੀ। ਸਰਦਾਰ ਗੁਰਦਿਆਲ ਸਿੰਘ, ਜੋ ਉੱਥੋਂ ਦੇ ਧੜੱਲੇਦਾਰ ਅਫਸਰ ਮਾਲ ਸਨ, ਦੇ ਵਿਰੁੱਧ ਸਰਕਾਰੀ ਪੁੱਛਗਿੱਛ ਹੋਣ ਕਾਰਨ ਉਹ ਮੁਅੱਤਲ ਸੀ ਤੇ ਉਹਨਾਂ ਦੀ ਚਾਹ ਸੀ ਕਿ ਬਾਬਾ ਜੀ ਜੋ ਜਲੰਧਰ ਸਮਾਂ ਦੇਣ ਤਾਂ ਉਹਨਾਂ ਅੱਗੇ ਇਹ ਨਿੱਜੀ ਬੇਨਤੀ ਕੀਤੀ ਜਾਵੇ। ਪਰ ਉਸ ਵੇਲੇ ਬਾਬਾ ਜੀ ਨੂੰ ਇਹ ਮਨਜ਼ੂਰ ਨਹੀਂ ਸੀ। ਇਸ ਮਾਮਲੇ ਦਾ ਹੋਰ ਹਾਲ ਹੱਡਬੀਤੀਆਂ ਵਿੱਚ ਹੈ। ਪਟਿਆਲੇ ਪੁੱਜ ਟਿਕਾਣਾ ਰਾਜ ਦੇ ਪ੍ਰਸਿੱਧ ਕਿਲ੍ਹੇ ਬਹਾਦਰਗੜ੍ਹ ਵਿੱਚ ਕੀਤਾ, ਜੋ 3 ਦਿਨਾਂ ਪਿੱਛੋਂ ਹੀ ਵਾਪਸ ਚਾਲੇ ਪਾ ਦਿੱਤੇ। ਜਲੰਧਰ ਦੀ ਸੰਗਤ
ਤਾਂ ਦਰਸ਼ਨਾਂ ਤੋਂ ਵਾਂਝੀ ਰਹੀ, ਪਰ ਐਤਕੀ ਅੰਮ੍ਰਿਤਸਰ ਦੀ ਸੰਗਤਾਂ ਨੂੰ ਖੁੱਲ੍ਹੇ ਦੀਦਾਰ ਦਿੱਤੇ। ਪਤਾ ਲੱਗਣ 'ਤੇ ਹੀ ਪੰਜੇ ਪ੍ਰਕਾਸ਼ ਵਾਲੀ ਥਾਂ ਹਰਿਮੰਦਰ ਸਾਹਿਬ ਦੀ ਵੱਡੀ ਪਰਿਕਰਮਾ ਵਿੱਚ ਲਾਊਡ ਸਪੀਕਰਾਂ ਦਾ ਪ੍ਰਬੰਧ ਸੰਗਤ ਕਰ ਦਿੱਤਾ ਹੋਇਆ ਸੀ। ਪਰ ਸਰਦਾਰ ਗੁਰਦਿਆਲ ਸਿੰਘ ਮੈਨੇਜਰ, ਲੋਕਲ ਗੁਰਦੁਆਰਾ ਕਮੇਟੀ ਤੇ ਪ੍ਰੇਮੀਆਂ ਨੇ ਬੇਨਤੀ ਕੀਤੀ ਕਿ ਇੱਥੇ ਥਾਂ ਥੋੜ੍ਹੀ ਹੈ, ਆਵਾਜ਼ ਨਹੀਂ ਪੁੱਜੇਗੀ। ਅਕਾਲ ਤਖਤ ਸੰਬੰਧੀ ਤੇ ਚੱਲੋ, ਉੱਥੇ ਬਹੁਤ ਖੁੱਲ੍ਹੀ ਥਾਂ ਹੈ। ਬਾਬਾ ਜੀ ਨੇ ਇਵੇਂ ਕਰਨਾ ਹੀ ਪ੍ਰਵਾਨ ਕਰ ਲਿਆ। ਤਖਤ ਸਾਹਿਬ ਦੀ ਹਜ਼ੂਰੀ ਵਿੱਚ ਮੱਥਾ ਟੇਕ ਹੇਠਾਂ ਹੀ ਬੈਠ ਗਏ ਤੇ ਉੱਥੇ ਹੀ ਬਚਨ ਕਰਨ ਲੱਗ ਪਏ। ਸੰਗਤਾਂ ਵੱਲੋਂ ਜੀ ਸਾਨੂੰ ਸੁਣਦਾ ਨਹੀਂ, ਸਾਨੂੰ ਦਰਸ਼ਨ ਨਹੀਂ ਹੁੰਦੇ, ਉੱਤੇ ਚੱਲਣੇ ਦੀ ਖੇਚਲ ਕਰੋ ਦੇ ਆਵਾਜ਼ੇ ਆਉਣ ਲੱਗ ਪਏ। ਮੱਧ ਜੁਲਾਈ ਦੀ ਗਰਮੀ, ਕਹਿਰ ਦੀ ਧੁੱਪ, ਪਰ ਸਾਰੇ ਪਾਸਿਆਂ ਤੋਂ ਸੰਗਤਾਂ ਦੀ ਭੀੜ। 2 ਵੱਲੀ ਪਰਿਕਰਮਾ ਰੁਕ ਗਈ। ਪ੍ਰਬੰਧਕਾਂ ਨੇ ਬਾਬਾ ਜੀ ਨੂੰ ਤਖਤ ਸਾਹਿਬ ਦੇ ਉਸ ਥਾਂ 'ਤੇ ਜਾ ਬਿਠਾਇਆ ਜੋ ਅਗਾਂਹ ਵਧੀ ਹੋਈ ਹੁੰਦੀ ਹੈ। ਕਵੀ ਜੀ ਅਨੁਸਾਰ ਇੱਥੇ ਛੁੱਟ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਅੱਗੇ ਕਦੀ ਕਿਸੇ ਵਿਅਕਤੀ ਨੂੰ ਬੈਠਣ ਦਾ ਮਾਣ ਪ੍ਰਾਪਤ ਨਹੀਂ ਸੀ ਹੋਇਆ। ਇਸ ਦੇ ਪਿਛਾਂਹ ਖਲੋ ਕੇ ਭਾਵੇਂ ਲੈਕਚਰਾਰ ਬੋਲਦੇ ਰਹੇ ਹਨ, ਝੰਡੇ ਬੁੰਗੇ ਬਾਬਾ ਜੀ ਦੀ ਪਿੱਠ ਸੀ। ਬਾਬਾ ਜੀ ਦੇ ਸਾਹਮਣੇ ਕਵੀ ਹੋਰੀ ਬੈਠ ਗਏ। ਲਗਭਗ ਮੁੰਨਾ ਕੁ ਘੰਟਾ ਬਾਬਾ ਜੀ ਬਚਨ ਕਰਦੇ ਰਹੇ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਤੇ ਰਾਗਮਾਲਾ ਦੇ ਮੰਡਨ ਸੰਬੰਧੀ ਸਨ। ਪ੍ਰਬੰਧਕ ਵਿੱਚ ਕਹਿਣ ਤੇ ਵਿਚਾਰ ਕਰਨ ਲੱਗੇ, ਅਸੀਂ ਤਾਂ ਚੰਗੇ ਮਾਰੇ ਗਏ, ਸਾਡੇ ਘਰ ਆਣ ਕੇ ਇਹਨਾਂ ਨੇ ਸਾਨੂੰ ਹੀ ਚੰਗਾ ਦੱਬ ਲਿਆ। ਇੱਧਰ ਸੰਗਤਾਂ ਦੇ ਆਵਾਜ਼ੇ ਹੋਰ ਸਮਾਂ ਬਖਸ਼ੋ, ਹੋਰ ਸਮਾਂ ਬਖਸ਼ੋ ਆ ਰਹੇ ਸਨ। ਬਾਬਾ ਜੀ ਨੇ ਲਾਊਡ ਸਪੀਕਰ ਕਵੀ ਜੀ ਅੱਗੇ ਸਿਰਕਾ ਦਿੱਤਾ। ਕਵੀ ਜੀ ਨੇ ਬਾਬਾ ਜੀ ਵੱਲੋਂ ਇੱਕ ਸੰਖੇਪ ਤਕਰੀਰ ਕੀਤੀ, ਜਿਸ ਦਾ ਭਾਵ ਸੀ, ਇਹ ਸਰੀਰ ਹੀ ਗੁਰੂ ਨਾਨਕ ਦਾ ਹੈ ਤੇ ਉਸ ਦੇ ਹੁਕਮ ਵਿੱਚ ਹੀ ਵਿਚਰਦਾ ਹੈ। ਅਰਦਾਸਾਂ ਸੰਬੰਧੀ ਚੱਲਣ ਪਰ ਹੋਰ ਠਹਿਰ ਨਹੀਂ ਸਕਦਾ। ਜਦੋਂ ਫਿਰ ਹੁਕਮ ਹੋਵੇਗਾ, ਦਰਸ਼ਨ ਮੇਲੇ ਹੋ ਜਾਣਗੇ। ਇਸ ਤਰ੍ਹਾਂ ਸੰਗਤਾਂ ਨੂੰ ਨਿਹਾਲ ਕਰਦੇ ਬਾਬਾ ਜੀ ਨਗਰੋਟੇ ਵਾਪਸ ਆ ਗਏ। ਨਗਰੋਟੇ ਦੀ ਗੱਲ ਹੈ ਕਿ ਇੱਕ ਦਿਨ 40 ਕੁ ਨਾਮਧਾਰੀਆਂ ਦਾ ਜੱਥਾ, ਜੋ ਲੜਾਈ ਤੋਂ ਡਰਦੇ ਪਹਾੜਾਂ ਵਿੱਚ ਥਾਂ ਭਾਲਦੇ ਫਿਰਦੇ ਸਨ, ਮੰਡੀ ਸੁਕੇਤ ਅਤੇ ਅਗਾਂਹ ਕੱਲੂ ਵੱਲ ਜਾਂਦੇ ਬਾਬਾ ਜੀ ਦੇ ਦਰਸ਼ਨਾਂ ਨੂੰ ਆਏ। ਜਦ ਬਾਬਾ ਜੀ ਨੇ ਉਹਨਾਂ ਤੋਂ ਪੁੱਛਿਆ ਕਿ ਕਿੱਧਰ ਚੱਲੇ ਹੋ, ਤਾਂ ਉਹਨਾਂ ਨੇ ਦੱਸਿਆ ਕਿ 100 ਸਾਖੀ, ਜਿਸ ਵਿੱਚ ਭਿਆਨਕ ਸਮੇਂ ਦਾ ਜ਼ਿਕਰ ਆਉਂਦਾ ਹੈ, ਉਹ ਸਮਾਂ ਹੁਣ ਆਉਂਦਾ ਵਿਖਾਈ ਦਿੰਦਾ ਹੈ। ਇਸ ਲਈ ਅਸੀਂ ਰਵਾਲਸਰ ਦੇ ਪਹਾੜਾਂ ਵਿੱਚ ਜਾ ਕੇ ਆਪਣੇ ਆਪ ਨੂੰ ਸੁਰੱਖਿਅਤ ਰੱਖ ਸਕਾਂਗੇ। ਬਾਬਾ ਜੀ ਨੇ ਫਿਰ ਪੁੱਛਿਆ ਕਿ ਕੀ ਪਹਾੜਾਂ ਵਿੱਚ ਰਹਿਣ ਵਾਲਿਆਂ ਨੂੰ ਮੌਤ ਨਹੀਂ ਆਉਂਦੀ? ਜੇਕਰ ਮੌਤ ਕੋਲੋਂ ਡਰ ਕੇ ਨੱਸੋਗੇ ਤਾਂ ਮੌਤ ਭਾਈ ਹਰ ਥਾਂ ਸੰਸਾਰ ਜਿੱਡਾ ਮੂੰਹ ਅੱਡੀ ਖੜੀ ਹੈ। ਨਿਰੰਕਾਰ ਦੀ ਓਟ ਲਵੋ ਤੇ ਜਿੱਥੇ ਟਿਕੇ ਹੋ ਉੱਥੇ ਹੀ ਟਿਕੇ ਰਹੋ। ਜਿਵੇਂ ਚੱਕੀ ਦੀ ਕਿੱਲੀ ਨਾਲ ਦਾਣੇ ਲੱਗ ਕੇ ਪਿਸਣ ਤੋਂ ਬਚ ਜਾਂਦੇ ਹਨ, ਉਵੇਂ ਸਤਿਗੁਰਾਂ ਦੀ ਓਟ ਰੱਖਣ ਵਾਲੇ ਸਤਿਗੁਰ ਦੇ ਚਰਨਾਂ ਨਾਲ ਲੱਗ ਕੇ ਮੁਸੀਬਤਾਂ ਤੋਂ ਬਚ ਜਾਂਦੇ ਹਨ। ਸਰਦਾਰ ਜ਼ੋਰਾਵਰ ਸਿੰਘ ਨੇ ਦੱਸਿਆ ਕਿ ਇੱਥੇ ਜਦ ਮੇਰੀ ਡਿਊਟੀ ਬਾਹਰੋਂ ਆਇਆਂ ਨੂੰ ਭੁਗਤਾਉਣ ਦੀ ਲੱਗੀ ਹੋਈ ਸੀ, ਤਾਂ ਇੱਕ ਦਿਨ ਇੱਕ ਖਾਨ ਬਹਾਦਰ ਰਈਸ ਤੇ ਉਸ ਦਾ ਭਰਾ, ਜੋ ਪੰਜਾਬ ਪੁਲਿਸ ਵਿੱਚ ਕਪਤਾਨ ਪੁਲਿਸ ਸੀ, ਦਰਸ਼ਨਾਂ ਨੂੰ ਆਏ। ਬਾਬਾ ਜੀ ਨੇ ਉਹਨਾਂ ਨੂੰ ਲਗਭਗ ਅੱਧਾ ਕੁ ਘੰਟਾ ਸਮਾਂ ਦਿੱਤਾ। ਖਾਨ ਬਹਾਦਰ ਬੜਾ ਤਸਬੀਹ ਫੇਰਨ ਵਾਲਾ ਤੇ ਨਮਾਜ਼ੀ ਸੀ। ਇੱਥੋਂ ਤੱਕ ਬਹੁਤੇ ਸਜਦੇ ਕਰਨ ਕਾਰਨ ਉਸ ਦੇ ਮੱਥੇ 'ਤੇ ਨਿਸ਼ਾਨ ਵੀ ਪਿਆ ਹੋਇਆ ਸੀ। ਬਾਹਰ ਆ ਕੇ ਮੈਨੂੰ ਕਹਿਣ ਲੱਗਾ ਕਿ ਮੈਂ ਬੜੇ ਫਕੀਰਾਂ ਮਹਾਤਮਾ ਨੂੰ ਮਿਲਿਆ ਹਾਂ, ਪਰ ਮੈਨੂੰ ਇਤਨਾ ਵੱਡਾ ਹਾਲੀ ਤੱਕ ਕੋਈ ਨਹੀਂ ਮਿਲਿਆ। ਇਹਨਾਂ ਨੇ ਮੈਨੂੰ ਮੁਸਲਮਾਨੀ ਤਰੀਕੇ ਨਾਲ ਭਜਨ ਕਰਨਾ ਸਮਝਾਇਆ ਹੈ, ਜੋ ਮੈਨੂੰ ਮੁਸਲਮਾਨ ਫਕੀਰ ਵੀ ਦੱਸ ਨਹੀਂ ਸਕੇ। ਉਹ ਬੜਾ ਹੀ ਖੁਸ਼ ਹੋ ਕੇ ਗਿਆ। ਇੱਕ ਹੈੱਡ ਮਿਸਟਰਸ ਆਪਣੀ ਮਾਤਾ ਨੂੰ ਨਾਲ ਲੈ ਕੇ ਘੋੜਿਆਂ 'ਤੇ ਚੜ੍ਹ ਬਾਬਾ ਜੀ ਦੇ ਦਰਸ਼ਨਾਂ ਨੂੰ ਆਈ।
पर सी वो अंदरों इतनी कट्टड़ कि सीस ही ना निवाया। बाबा जी ने दर्शन तां की देने सन, परदा ही ना चुੱਕਿਆ ਤੇ ਦੀਵਾਨ ਵਿੱਚ ਸਾਹਮਣੇ ਹੀ ਨਾ ਆਏ। ਛੁੱਟ ਸਮਾਪਤੀ ਤੋਂ ਜਰਾ ਕੁ ਪਹਿਲਾਂ ਤੇ ਆਉਂਦਿਆਂ ਹੀ ਰਾਗੀਆਂ ਨੂੰ ਤਾੜਨਾ ਕਰਨ ਲੱਗ ਪਏ ਕਿ ਬੰਦਾ ਕੁ ਬੰਦਾ ਤਾਂ ਵੇਖ ਲਿਆ ਕਰੋ। ਭਾਈ ਸਾਹਿਬ ਸੁਜਾਨ ਸਿੰਘ ਜੀ ਝੱਟ ਸਮਝ ਗਏ। ਇਹਨਾਂ ਨੇ ਤਾਰੀ ਲੈ ਗਨਕਾ ਵਾਲਾ ਸ਼ਬਦ ਲਾਇਆ ਤਾਂ ਉਹ ਐਸੀ ਢੱਠੀ ਇਉਂ ਮੁੱਦੀ ਪਈ ਕਿ ਉੱਥੇ ਹੀ ਨਾ ਇੱਕ ਦਿਨ ਯੋਲ ਕੈਂਪ ਵਿੱਚ ਡੱਕੇ ਹੋਏ ਇਟਲੀ ਦੇ ਕੈਦੀਆਂ ਨੂੰ ਦੇਖਣ ਨੂੰ ਚਲੇ ਗਏ। ਇੱਥੇ ਬੇਹੰਗਮਾ ਨਾਲ ਨਿਰਵਾਣ ਲਕਸ਼ਮਣ ਦਾਸ ਵੀ ਠਹਿਰਿਆ ਹੋਇਆ ਸੀ। ਜਿਵੇਂ ਕਿ ਹੋਰਾਂ ਥਾਂ ਦੱਸਿਆ ਗਿਆ ਹੈ, ਇਹ ਸੱਜਣ ਸੀ ਤਾਂ ਬੜਾ ਵਿਦਵਾਨ ਤੇ ਗੁਣਵਾਨ, ਪਰ ਬੁੱਧੀ ਦੀ ਚੰਚਲਤਾ ਤੇ ਵਿਦਿਆ ਦੇ ਹੰਕਾਰ ਮੁੱਖ ਮਾਨਸਿਕ ਰੋਗਾਂ ਵਿੱਚ ਗਸੇ ਹੋਣ ਕਰਕੇ ਬਾਬਾ ਜੀ ਵੱਲੋਂ ਕਿਸੇ ਨਾ ਕਿਸੇ ਬਹਾਨੇ ਤਾੜਨਾ ਦਾ ਹੀ ਭਾਗੀ ਬਣਿਆ ਰਹਿੰਦਾ। ਸਰਦਾਰ ਨਿਰਮਲ ਸਿੰਘ ਦੇ ਕਥਨੀ ਅਨੁਸਾਰ ਇੱਥੇ ਇੱਕ ਦਿਨ ਬਾਬਾ ਜੀ ਦੇ ਪਾਸ ਬੇਨਤੀ ਕੀਤੀ ਕਿ ਮੇਰੀ ਦਾੜ ਪੀੜ ਹੁੰਦੀ ਹੈ। ਉਹਨਾਂ ਡਾਕਟਰ ਪਾਸ ਲੈ ਜਾਣ ਲਈ ਉਸ ਨੂੰ ਮੇਰੇ ਘਰ ਘੱਲ ਦਿੱਤਾ। ਮੈਂ ਜਦੋਂ ਹਸਪਤਾਲ ਲੈ ਕੇ ਗਿਆ ਤੇ ਡਾਕਟਰ ਨੇ ਜੰਬੂਰ ਪਾਇਆ ਤਾਂ ਨਿਰਵਾਣ ਹੋਰਾਂ ਨੇ ਪੀੜ ਕਾਰਨ ਦੰਦ ਕਢਵਾਉਣ ਤੋਂ ਇਨਕਾਰ ਕਰ ਦਿੱਤਾ। ਡਾਕਟਰ ਕਹਿਣ ਲੱਗਾ ਕਿ ਐਡਾ ਵੱਡਾ ਜਵਾਨ ਹੋ ਕੇ ਦੰਦ ਕਢਵਾਉਣ ਤੋਂ ਡਰਦਾ ਹੈ। ਮੈਂ ਉਸ ਨੂੰ ਵਾਪਸ ਘਰ ਲੈ ਆਇਆ ਤੇ 2 ਦਿਨ ਰੱਖ ਕੇ ਦੇਸੀ ਇਲਾਜ ਘਿਓ ਦੁੱਧ ਵਿੱਚ ਪਾ ਕੇ ਪਿਲਾਇਆ। ਜਦ ਅਸੀਂ ਵਾਪਸ ਜਾ ਰਹੇ ਸਾਂ ਤਾਂ ਰਾਹ ਵਿੱਚ ਕਹਿਣ ਲੱਗਾ ਕਿ ਬਾਬਾ ਜੀ ਨੂੰ ਇਹ ਗੱਲ ਨਾ ਦੱਸਣੀ ਕਿ ਉਹ ਜੁੱਤੀਆਂ ਮਾਰਨਗੇ ਕਿ ਮੈਂ ਪੀੜ ਤੋਂ ਡਰ ਕੇ ਦੰਦ ਕਢਾਉਣ ਤੋਂ ਇਨਕਾਰ ਕੀਤਾ ਹੈ। ਅਗਲੀ ਸਵੇਰ ਕੀਰਤਨ ਪਿੱਛੋਂ ਮੈਨੂੰ ਬਾਬਾ ਜੀ ਨੇ ਬੁਲਾ ਕੇ ਕਿਹਾ, ਉਸਨੇ ਦੰਦ ਕਢਾਉਣੋਂ ਨਾਂਹ ਕਰ ਦਿੱਤੀ ਹੈ। ਇਸ ਦਾ ਇਲਾਜ ਤਾਂ ਇਹ ਸੀ ਕਿ 2 ਸਿਰ ਵਿੱਚ ਮਾਰਨੀਆਂ ਸਨ ਤੇ ਦੰਦ ਦਾ ਕੀੜਾ ਆਪੇ ਮਰ ਜਾਂਦਾ। ਮੇਰਾ ਹਾਸਾ ਨਿਕਲਣ ਤੇ, ਤੂੰ ਕਿਉਂ ਨਹੀਂ ਕਢਾਇਆ? ਪਰ ਬਾਬਾ ਜੀ ਤਾਂ ਜਾਣ ਹੀ ਜਾਣ ਸਨ। ਕੁਝ ਦਿਨਾਂ ਪਿੱਛੋਂ ਜਦੋਂ ਡਾਕਟਰ ਕੋਲੋਂ ਸਲਾਹ ਪੁੱਛ ਰਿਹਾ ਸੀ, ਮੈਨੂੰ ਨਗਰੋਟੇ ਦਾ ਪਾਣੀ ਨਹੀਂ ਸੁਖਾਂਦਾ ਤਾਂ ਮੈਂ ਕੋਲੋਂ ਦੀ ਲੰਘਿਆ। ਡਾਕਟਰ ਕਹਿ ਰਿਹਾ ਸੀ ਕਿ ਵਿਟਾਮਿਨਾਂ ਦੀ ਕਮੀ ਹੋ ਗਈ ਹੈ। ਮੈਂ ਕਿਹਾ, ਬਾਬਾ ਜੀ ਮੈਂ 2-3 ਦਿਨਾਂ ਅੰਦਰੋਂ ਅੰਮ੍ਰਿਤਸਰੋਂ ਦਵਾਈ ਮੰਗਾ ਦਿਆਂਗਾ, ਤੁਸੀਂ ਘਬਰਾਓ ਨਾ। 2 ਦਿਨ ਪਿੱਛੋਂ ਇਹ ਕੀਰਤਨੀ ਜੱਥੇ ਦੇ ਪਿੱਛੇ ਬੈਠਾ ਹੋਇਆ ਸੀ। ਮੈਂ ਗੋਲੀਆਂ ਦੀ ਇੱਕ ਸ਼ੀਸ਼ੀ ਅੱਗੇ ਰੱਖ ਦਿੱਤੀ। ਉਹ ਘਬਰਾ ਕੇ ਕਹਿਣ ਲੱਗਾ ਕਿ ਇਹ ਸ਼ੀਸ਼ੀ ਲੈ ਲਓ। ਬਾਬਾ ਜੀ ਨੂੰ ਪਤਾ ਲੱਗ ਗਿਆ ਤਾਂ ਮੈਨੂੰ ਛਿੱਤਰ ਪੈਣਗੇ। ਇਸ ਪਰ ਮੈਂ ਸ਼ੀਸ਼ੀ ਫੜ ਲਈ। ਉਸੇ ਰਾਤ ਨੂੰ ਭਾਈ ਲੱਧਾ ਸਿੰਘ ਪਹਿਰੇਦਾਰ ਮੇਰੇ ਕੋਲ ਘਰਾਟ 'ਤੇ ਆ ਕੇ ਕਹਿਣ ਲੱਗਾ ਕਿ ਉਹ ਸ਼ੀਸ਼ੀ ਲਛਮਣ ਦਾਸ ਨੂੰ ਦਿੱਤੀ ਹੈ ਕਿ ਨਹੀਂ। ਮੈਂ ਉਸ ਨੂੰ ਪੁੱਛਿਆ ਕਿ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਮੈਂ ਸ਼ੀਸ਼ੀ ਉਹਦੇ ਲਈ ਲਿਆਂਦੀ ਸੀ? ਉਹ, ਐਨਾ ਚਿਰ ਬਾਬਿਆਂ ਦਾ ਚੌਂਕੀਦਾਰਾ ਕੀਤਾ ਹੈ, ਮੈਨੂੰ ਇਤਨਾ ਚਾਨਣ ਵੀ ਬਾਬਾ ਜੀ ਨੇ ਨਹੀਂ ਦਿੱਤਾ ਕਿ ਇਹ ਪਤਾ ਲੱਗ ਸਕਾਂ। ਮੈਂ ਆ ਲੈ ਸ਼ੀਸ਼ੀ ਉਸਨੇ ਨਹੀਂ ਲਈ। ਉਹ, ਤੁਸੀਂ ਤਾਂ ਲੋੜਾ ਕਰ ਦਿੱਤਾ। ਮੈਂ ਤਾਂ ਉਹਦੇ ਗਲ ਵਿੱਚ ਪੱਲਾ ਪਾ ਕੇ ਬਾਬਿਆਂ ਕੋਲੋਂ ਲੈ ਜਾਣਾ ਸੀ। ਦੂਜੇ ਦਿਨ ਬਾਬਾ ਜੀ ਨੇ ਕੀਰਤਨ ਪਿੱਛੋਂ ਫਿਰ ਮੈਨੂੰ ਬੁਲਾਇਆ। ਕਿਉਂ ਪਈ ਨਿਰਮਲ ਸਿਆਂ, ਇਸ ਨੂੰ ਇਹਦੀ ਕੀ ਲੋੜ ਪੈ ਗਈ ਸੀ? ਇਸ ਦਾ ਦਾਰੂ ਤਾਂ ਸਾਡੇ ਪਾਸ ਸੀ। ਇਸ ਤਰ੍ਹਾਂ ਦੀਆਂ ਦਵਾਈਆਂ ਤਾਂ ਉਹ ਖਾ ਸਕਦਾ ਹੈ ਜਿਹੜਾ ਬੜਾ ਹੀ ਭਗਤੀ ਕਰਨ ਵਾਲਾ ਹੈ। ਮੈਂ ਤਾਂ ਫਿਰ ਜਿੰਨੀਆਂ ਸ਼ੀਸ਼ੀਆਂ ਕੈਮਿਸਟ ਦੀਆਂ ਦੁਕਾਨਾਂ ਵਿੱਚ ਪਈਆਂ ਹਨ, ਇਹ ਸਭ ਭਗਤਾਂ ਵਾਸਤੇ ਹੀ ਹਨ। ਜੇ ਭਗਤੀ ਵਾਲਾ ਹੀ ਖਾ ਸਕਦਾ ਹੈ ਤਾਂ ਤੁਸੀਂ ਵਰਤੋ। ਤੁਹਾਡੇ ਤੋਂ ਵੱਧ ਭਗਤੀ ਕੌਣ ਕਰਦਾ ਹੈ? ਬਾਬਾ ਜੀ ਦੇ ਇਨਕਾਰ ਕਰਨ 'ਤੇ ਮੈਂ ਤਾਂ ਤੁਹਾਡੇ ਨਿਮਿਤ ਲਿਆਂਦੀ ਹੈ। ਤੁਸੀਂ ਜੇ ਨਾ ਵਰਤੋਗੇ ਤਾਂ ਮੈਂ ਜੰਗਲ ਵਿੱਚ ਸੁੱਟ ਜਾਵਾਂਗਾ। ਇਤਨੇ ਚਿਰ ਵਿੱਚ ਹੋਰ ਸੋਝੀ ਪਾਈ, ਜਿਹੜੇ ਤੁਹਾਡੇ ਬੇਹੰਗ ਨੇ ਕੀਰਤਨੀਏ ਹਨ, ਇਦੋਂ ਵੱਧ ਹੋਰ ਕੌਣ ਭਗਤੀ ਕਰਦਾ ਹੈ? ਬਾਬਾ ਜੀ ਹੈ ਤਾਂ ਠੀਕ। ਇਸ ਪਰ ਬਾਬਾ ਜੀ ਨੇ ਈਸ਼ਰ ਸਿੰਘ ਜੀ ਨੂੰ ਆਵਾਜ਼ ਦੇ ਕੇ ਉਹ ਸ਼ੀਸ਼ੀ ਸਭ ਦੀ ਚਾਹ ਵਿੱਚ ਪਾ ਦਿੱਤੀ। ਨਗਰੋਟੇ, ਜਿੱਥੇ ਪਹਾੜੀ ਨਦੀ ਦਾ ਸੀਤਲ ਤੇ ਸਵੱਛ ਪਾਣੀ ਪੱਥਰਾਂ ਨਾਲ ਟਕਰਾਉਂਦਾ ਸੁੰਦਰ ਨਜ਼ਾਰਾ ਦਰਸਾਉਂਦਾ ਸੀ,
ਉਹ ਉੱਥੇ ਇਹ ਖਤਰਿਆਂ ਤੋਂ ਵੀ ਖਾਲੀ ਨਹੀਂ ਸੀ। ਇਸ ਵਿੱਚ ਕਿੰਨੇ ਕਿੰਨੇ ਲੰਮੇ ਸੱਪ ਮੱਛੀਆਂ ਵਾਂਗ ਤੁਰਦੇ ਲੰਘਦੇ ਸਨ, ਭਾਵੇਂ ਇਹ ਜ਼ਹਿਰੀਲੇ ਨਹੀਂ ਸਨ, ਤੇ ਜੋਕਾਂ ਵੀ ਇਤਨੀਆਂ ਕਿ ਹਰ ਪਹਾੜੀਆਂ ਤਾਂ ਉਹਨਾਂ ਤੋਂ ਬਚਾਅ ਲਈ ਲੂਣ ਦੀ ਪੁੜੀ ਖਾਸ ਰੱਖਦਾ, ਕਿਉਂਕਿ ਜੋਕ ਨੂੰ ਲਾਉਣ ਦਾ ਸੌਖਾ ਤੇ ਸੁਰੱਖਿਅਤ ਸਾਧਨ ਉਸ ਉੱਤੇ ਲੂਣ ਛਿੜਕਣਾ ਹੁੰਦਾ ਹੈ। ਨਹੀਂ ਤਾਂ ਵੈਸੇ ਲਾਉਣ ਨਾਲ ਲਹੂ ਬੰਦ ਨਹੀਂ ਹੁੰਦਾ। ਇਸ ਲਈ ਪੈਰਾਂ ਨੂੰ ਬਚਾਉਣ ਲਈ ਸਭ ਨੂੰ ਸਾਵਧਾਨ ਰਹਿਣਾ ਪੈਂਦਾ। ਹੋਰ ਥਾਵਾਂ ਵਾਂਗ 27 ਜੁਲਾਈ ਦੀ ਪੂਰਨਮਾਸ਼ੀ ਦੇ ਪਿੱਛੇ ਇੱਥੇ ਅੰਮ੍ਰਿਤ ਪ੍ਰਚਾਰ ਵੀ ਹੋਇਆ। ਨਿਰਵਾਣ ਲਛਮਣ ਦਾਸ, ਜਿਨ੍ਹਾਂ ਨੇ ਗੇਰੂਏ ਬਸਤਰ ਤਿਆਗ ਸਫੇਦ ਪਹਿਨਣੇ ਸ਼ੁਰੂ ਕਰ ਦਿੱਤੇ ਹੋਏ ਸਨ, ਹੁਣ ਅੰਮ੍ਰਿਤ ਪਾਨ ਕਰਨ ਲਈ ਤਿਆਰ ਤਾਂ ਹੋ ਗਏ, ਪਰ ਮਨ ਵਿੱਚ ਹਾਲੀ ਕੁਝ ਸੰਪਰਦਾਈ ਹਉਮੈ ਦੀ ਲੇਸ ਸੀ, ਜਿਸ ਕਾਰਨ 5 ਪਿਆਰਿਆਂ ਪਾਸ ਇਕੱਲੇ ਅੰਮ੍ਰਿਤ ਛਕਣ ਦੀ ਚਾਹ ਪ੍ਰਗਟ ਕੀਤੀ। ਪਰ ਉਹਨਾਂ ਨੇ ਇਹ ਬੇਮਰਿਆਦਾ ਬੇਨਤੀ ਤਾਂ ਨਾ ਮੰਨੀ, ਪਰ ਇਸ ਕਾਰਨ ਬਾਬਾ ਜੀ ਵੱਲੋਂ ਪ੍ਰਸੰਨਤਾ ਦੀ ਥਾਂ ਬਾਹਰੋਂ ਤਾਂ ਮਿਲੀ ਤਾੜਨਾ ਤੇ ਪਈ ਝਾੜ, ਜਿਸ ਨੂੰ ਨਿਰਵਾਣ ਜੀ ਨੇ ਕਬੂਲ ਕੇ ਆਪਣੀ ਭੁੱਲ ਬਖਸ਼ਾਈ। ਇਸ ਤਰ੍ਹਾਂ ਹੋਰ ਅਭਿਲਾਖੀਆਂ ਨਾਲ ਜਹਾਜ਼ੇ ਚੜ੍ਹ ਗਏ। ਇਸ ਪੂਰਨਮਾਸ਼ੀ ਤੇ ਆਈ ਬੀਬੀ ਲਖਵੰਤ ਕੌਰ ਦੇ ਮਾਲਾ ਸੰਬੰਧੀ ਨਿਤਨੇਮ ਵਿੱਚ ਜੋ ਪਰਿਵਰਤਨ ਵਿਲੱਖਣ ਢੰਗ ਨਾਲ ਕੀਤਾ, ਉਸ ਦਾ ਵਰਣਨ ਦੂਜੇ ਭਾਗ ਵਿੱਚ ਹੈ। ਸਰਦਾਰ ਰਤਨ ਸਿੰਘ ਜੀ ਅਨੁਸਾਰ ਨਗਰੋਟੇ ਹੀ ਬਾਬਾ ਜੀ ਨੇ ਆਪਣੀ ਯੋਗ ਦ੍ਰਿਸ਼ਟੀ ਨਾਲ ਭਾਈ ਸੰਤਾ ਸਿੰਘ ਮੁੱਖ ਰਾਗੀ ਦੇ ਮਨ ਵਿੱਚ ਅਵਸਥਾ ਦੇ ਕੇ ਕਿਹਾ ਕਿ ਤੇਰੇ ਅੰਦਰ ਮਾਨ ਕਾਮ ਦਾ ਸਭ ਤੋਂ ਵੱਡਾ ਕੋਹੜ ਹੈ ਤੇ ਦਾਰੂ ਹੈ ਇਸ ਦਾ ਸੇਵਾ। ਜੋ ਅੰਮ੍ਰਿਤ ਪੈਦਲ ਟੁਰ ਕੇ ਉੱਥੋਂ ਇੱਕ ਢਿੱਡ ਲੈ ਲੈਣੀ, ਜਿਸ ਵਿੱਚ ਦੋਵੇਂ ਪਾਸੇ ਗਲੀਆਂ ਕੱਢ ਕੇ ਉਸ ਵਿੱਚ ਰੱਸੀ ਕੱਢ ਉਸ ਨੂੰ ਗਲ ਵਿੱਚ ਪਾ ਲੈਣਾ ਤੇ ਹੱਥ ਵਿੱਚ ਲੈ ਲੈਣਾ ਇੱਕ ਰੰਬਾ, ਤੇ ਉਸ ਦਾ ਖੁਰਚਣਾ ਬਣਾ ਕੇ ਕਬੂਤਰਾਂ ਦੀਆਂ ਵਿੱਠਾਂ ਤੇ ਬੱਚਿਆਂ ਦੀ ਟੱਟੀ ਆਦਿ ਜੋ ਕੁਝ ਮੈਲਾ ਮਿਲੇ ਉਸ ਵਿੱਚ ਪਾਉਂਦੇ ਜਾਣਾ। ਜਦੋਂ ਭਰ ਜਾਏ ਤਾਂ ਬਾਹਰ ਸੁੱਟ ਆਉਣ। ਇਹ ਹੈ ਸੇਵਾ ਜੋ ਤੈਨੂੰ ਕਰਨੀ ਬਣਦੀ ਹੈ। ਪੁੱਛੋਂ ਵਾਲਿਆਂ ਤੋਂ ਪ੍ਰਾਪਤ ਹੋਇਆ ਆਪਣਾ ਪੁਰਾਣਾ ਨਾਮ ਯਾਦ ਰੱਖਣ ਦੇ ਹਿੱਤ ਭਾਈ ਸੰਤਾ ਸਿੰਘ ਨੂੰ ਪਹਿਲਾਂ ਤਾਂ ਬਾਬਾ ਜੀ ਰਿਖੀ ਕਰਕੇ ਸੱਦਦੇ ਸਨ, ਪਰ ਜਦ ਉਹ ਬਚਨ ਨਾ ਮੰਨਦਾ ਤਾਂ ਉਸ ਨੂੰ ਮੁੱਲਾ ਕਹਿਣ ਲੱਗ ਪਏ। ਪਹਿਲਾਂ ਤਾਂ ਉਹ ਝਿਝ ਗਿਆ, ਪਰ ਫਿਰ ਉਹ ਮੰਨ ਗਿਆ। ਨਗਰੋਟੇ ਤੋਂ ਚੱਲ ਕੇ ਪੈਦਲ ਆਇਆ ਤੇ ਢਿੱਡ ਗਲ 'ਚ ਪਾ ਕੇ ਤੇ ਖੁਰਚਣਾ ਲੈ ਕੇ ਇੱਕ ਦਿਨ ਹੀ ਹਾਲੀ ਸੇਵਾ ਕੀਤੀ ਕਿ ਮਾਇਆ ਆਪਣਾ ਹੀ ਚਮਤਕਾਰ ਵਿਖਾ ਕੇ ਹੋਰ ਪਾਸੇ ਲੈ ਗਈ। ਨਾਭੇ ਦੇ ਮਹਾਰਾਜਾ ਪ੍ਰਤਾਪ ਸਿੰਘ ਸਾਹਿਬ ਨੇ ਰਾਜ ਦੇ ਪੂਰੇ ਅਧਿਕਾਰ ਪ੍ਰਾਪਤ ਕਰਨ ਪਰ ਹੁਕਮ ਕੱਢਿਆ ਕਿ ਰਿਆਸਤ ਦੇ ਜਿਹੜੇ ਵਸਨੀਕ ਅਕਾਲੀ ਲਹਿਰ ਸਮੇਂ ਜਲਾਵਤਨ ਹੋਏ ਸਨ, ਉਹਨਾਂ ਦੇ ਕਾਗਜ਼ ਪੇਸ਼ ਕੀਤੇ ਜਾਣ ਤਾਂ ਕਿ ਦੇਖਿਆ ਜਾਏ ਕਿ ਇਹ ਕੀ ਕਸੂਰ ਹੈ। ਉਹਨਾਂ ਨੇ ਸਾਰਿਆਂ ਦੀਆਂ ਜ਼ਮੀਨਾਂ ਤੇ ਜੁਰਮਾਨੇ ਵਾਪਸ ਮਿਲ ਗਏ। ਉਹਨਾਂ ਵਿੱਚ ਭਾਈ ਸੰਤਾ ਸਿੰਘ ਦਾ ਵੀ ਨਾਮ ਸੀ। ਇਸ ਨੂੰ ਸੱਦਾ ਆਇਆ। ਇਹ ਵੀ ਸੰਤਾ ਵਾਲਾ ਸਾਫ਼ ਚੋਲਾ ਪਾ ਕੇ ਮਹਾਰਾਜਾ ਸਾਹਿਬ ਦੇ ਅੱਗੇ ਹਾਜ਼ਰ ਹੋ ਗਿਆ। ਇਸ ਦਾ ਸਤਿਕਾਰ ਕੀਤਾ ਗਿਆ ਤੇ ਇਸ ਨੂੰ 2500 ਰੁਪਈਆ ਮੁਆਵਜ਼ੇ ਵਜੋਂ ਮਿਲ ਗਿਆ। ਇਸ ਦੇ ਦਿਲ ਵਿੱਚ ਖਿਆਲ ਆਇਆ ਕਿ ਰੁਪਈਆ ਤਾਂ ਹੱਥ ਆ ਗਿਆ ਹੈ, ਕਿ ਕਿਉਂ ਨਾ ਸੰਤ ਬਣ ਜਾਈਏ। ਇਸ ਨੇ 3 ਰਾਗੀ ਨਾਲ ਰੱਖ ਲਏ ਤੇ ਬਾਬਾ ਜੀ ਵਾਂਗ ਨੇੜੇ ਤੇੜੇ ਲੱਕੜਾਂ ਲਾ ਕੇ ਆਪ ਬੈਰਾਗਨ ਫੜ ਕੇ ਬੈਠ ਜਾਣਾ। ਇਸ ਤਰ੍ਹਾਂ ਕਰਦਿਆਂ ਜਦ ਢਨੋਲੇ ਪਿੰਡ 'ਚ ਕੁਝ ਦਿਨ ਲੰਘੇ ਤਾਂ ਉੱਧਰੋਂ ਬਾਬਾ ਜੀ ਨਗਰੋਟੇ ਤੋਂ ਕਲੇਰਾਂ ਵਾਪਸ ਆ ਗਏ। ਭਾਈ ਸੰਤਾ ਸਿੰਘ ਨੇ 500 ਆਪਣੀ ਮਾਂ ਨੂੰ ਦੇ ਕੇ ਮੇਰੇ ਪਾਸ ਘੱਲਿਆ ਕਿ ਜਿਵੇਂ ਮੁਨਾਸਬ ਸਮਝਾਂ ਇਸ ਰਕਮ ਨੂੰ ਸੇਵਾ ਵਿੱਚ ਲਾ ਦਿਆਂ। ਜਦ ਮਾਈ ਨਾਨਕਸਰ ਆ ਕੇ ਮਿਲੀ ਤਾਂ ਮੈਂ ਭਾਈ ਸੰਤਾ ਸਿੰਘ ਦਾ ਹਾਲ ਪੁੱਛਣ ਦੱਸਣ, ਪਰ ਮੈਂ ਕਿਹਾ ਕਿ ਉਹ ਤਾਂ ਮਾਰਿਆ ਗਿਆ, ਉਹ ਸੰਤਗਿਰੀ ਛੱਡੇ ਤੇ ਇੱਥੇ ਆ ਕੇ ਮਾਫ਼ੀ ਮੰਗੇ। ਉਸ ਨੇ ਸਮਝਾਇਆ, ਪਰ ਪਹਿਲਾਂ ਉਹ ਨਾ ਮੰਨਿਆ। ਫਿਰ ਆਪ ਆਇਆ। ਹੁਣ ਉਹ ਬਹੁਤ ਬਿਮਾਰ ਸੀ। ਮੈਂ ਕਿਹਾ, ਕੋੜੀ ਦਾ ਰੁਪਈਆ ਇੱਥੇ ਕਿਵੇਂ ਲੱਗ ਸਕਦਾ ਹੈ? ਤੂੰ ਆਪਣੀ ਕਿਰਿਆ ਹੀ ਸੋਧ, ਇੱਥੇ ਰੁਪਈਏ ਦੀ ਕੋਈ ਲੋੜ ਨਹੀਂ।
ਉਸ ਨੂੰ ਕਿਸੇ ਨੇ ਮੂੰਹ ਨਾ ਲਾਇਆ ਤੇ ਉਹ ਮੱਥਾ ਟੇਕ ਕੇ ਚਲਾ ਗਿਆ। ਬਾਅਦ ਵਿੱਚ ਉਹ ਸੰਗਰਨੀ ਕਾਰਨ ਬੜਾ ਦੁਖੀ ਹੋ ਗਿਆ, ਕਿਤੋਂ ਆਰਾਮ ਨਾ ਆਇਆ। ਨਗਰੋਟੇ ਦੇ ਪਾਸੇ ਹੋਈਆਂ ਕਈ ਘਟਨਾਵਾਂ ਦਾ ਵਰਣਨ ਹੋਰ ਥਾਵਾਂ 'ਤੇ ਅੱਗੇ ਆ ਚੁੱਕਿਆ ਹੈ, ਜਿਹੜਾ ਕਿ ਹੱਡਬੀਤੀਆਂ ਦੇ ਵਿੱਚ ਹੈ। ਦੇਸ਼ ਵਾਪਸੀ। 27 ਜੁਲਾਈ ਦੀ ਪੂਰਨਮਾਸ਼ੀ ਕਰਨ ਉਪਰੰਤ ਮਾਲਕ ਦੇ ਹੁਕਮ ਹੇਠ ਦੇਸ਼ ਜਾਣ ਦਾ ਪ੍ਰੋਗਰਾਮ ਬਣ ਗਿਆ, ਜਿਸ ਅਨੁਸਾਰ ਨਗਰੋਟਿਓਂ ਚੱਲ ਕੇ ਜਲੰਧਰ ਦੇ ਰਾਹ ਹੀ ਵਾਪਸ ਜਾਣਾ ਸੀ। ਬਾਬਾ ਜੀ ਵੱਲੋਂ ਤਾਂ ਖਬਰ ਕਿਸੇ ਨੂੰ ਨਾ ਦਿੱਤੀ ਗਈ, ਪਰ ਸਰਦਾਰ ਸਰਮੁਖ ਸਿੰਘ ਜੀ ਅਨੁਸਾਰ ਸੰਗਤ ਨੂੰ ਭਿਣਕ ਪੈ ਗਈ। ਬਹੁਤ ਸਾਰੇ ਸੰਗੀ ਤੇ ਮਾਈਆਂ ਉਡੀਕ ਕਰਨ ਲੱਗ ਪਏ ਤੇ ਆਸ ਤੇ ਭਰੋਸੇ ਨਾਲ ਕਿ ਬਾਬਾ ਜੀ ਸਮਾਂ ਦੇਣਗੇ, ਪਰ ਬੇਨਤੀ ਨਹੀਂ ਕੀਤੀ ਹੋਈ ਸੀ। ਬਾਬਾ ਜੀ ਨੂੰ ਰੋਕਣ ਦਾ ਢੰਗ ਸੋਚਣ ਲੱਗੇ। ਟਿਕਾਣੇ ਵਾਸਤੇ ਇੱਕ ਸੁੰਦਰ ਸਥਾਨ ਦਾ ਪ੍ਰਬੰਧ ਵੀ ਕਰ ਲਿਆ। ਇੱਕ ਸੰਗੀ ਸਰਦਾਰ ਅਮਰ ਸਿੰਘ ਇੰਸਪੈਕਟਰ ਨੇ ਇੱਥੋਂ ਤੱਕ ਸਲਾਹ ਕੀਤੀ ਕਿ ਕਾਰ ਅੱਗੇ ਲੇਟ ਹੀ ਜਾਣਾ ਹੈ। ਜੇ ਮ੍ਰਿਤੂ ਹੋ ਗਈ ਤਾਂ ਵੀ ਡਰ ਨਹੀਂ, ਪਰ ਬਿਨਾਂ ਠਹਿਰਾਣ ਤੋਂ ਜਾਣ ਨਹੀਂ ਦੇਣਾ। ਦਰੀਆਂ ਵਿਛਾ ਦੇਣ ਦਾ ਵੀ ਮਤਾ ਹੋਇਆ ਤਾਂ ਜੋ ਛੇਤੀ ਆਸਣ ਲੱਗ ਜਾਵੇ। ਇਸ ਖਿਆਲ ਨਾਲ ਮੈਂ ਇੱਕ ਕੋਠੀ ਦੇ ਅੰਦਰ ਗਿਆ ਤੇ ਹਾਲੀ ਉੱਥੇ ਹੀ ਸੀ ਕਿ ਬਾਬਾ ਜੀ ਦੀ ਕਾਰ ਤਾਂ ਲੰਘ ਗਈ ਹੈ। ਨਿਰਾਸ਼ ਹੋ ਕੇ ਕੁਝ ਸੰਗਤ ਤਾਂ ਘਰਾਂ ਨੂੰ ਚਲੀ ਗਈ ਤੇ ਕੁਝ ਦਾਸ ਦੇ ਦਫ਼ਤਰ ਵਿੱਚ ਬੈਠ ਵਿਚਾਰ ਕਰ ਰਹੀ ਸੀ ਕਿ ਹੁਣ ਕਿਵੇਂ ਕੀਤਾ ਜਾਵੇ ਕਿ ਇੱਕ ਸੰਗੀ ਨੇ ਲਗਭਗ 2 ਵਜੇ ਦੁਪਹਿਰ ਦੇ ਆਣ ਕੇ ਇੱਕ ਕਾਰ ਦੇ ਹਾਦਸੇ ਦੀ ਖਬਰ ਦਿੱਤੀ ਤੇ ਕਿਹਾ ਕਿ ਬਾਬਾ ਜੀ ਯਾਦ ਕਰ ਰਹੇ ਹਨ। ਦਰਸ਼ਨ ਭੇਟਾ ਲਈ ਕੁਝ ਮਠਿਆਈ ਤਾਂ ਅੱਗੇ ਮੰਗਾਈ ਹੋਈ ਸੀ। ਸੰਗਤ ਦੇ ਪਾਸ ਹੋਰ ਪ੍ਰਸ਼ਾਦ ਵੀ ਸੀ। ਪ੍ਰਸ਼ਾਦ ਚੁੱਕ ਅਸੀਂ ਤੁਰੰਤ ਉੱਥੇ ਪੁੱਜੇ। ਜਲੰਧਰ ਛਾਉਣੀ ਰਾਮਾ ਮੰਡੀ ਵਾਲੇ ਚੌਰਸਤੇ ਤੇ ਉਰੇ ਬਾਬਾ ਜੀ ਦੀ ਇੱਕ ਟਾਹਲੀ ਦੇ ਰੁੱਖ ਹੇਠਾਂ ਬਿਰਾਜ ਰਹੇ ਸਨ, ਜਿਸ ਦੇ ਨੇੜੇ ਇੱਕ ਫਕੀਰ ਦੀ ਕਬਰ ਹੈ। ਛਾਉਣੀ ਤੋਂ ਸੰਗਤ ਆ ਚੁੱਕੀ ਸੀ। ਕਪਤਾਨ ਫਿਰ ਕਰਨੈਲ ਸੁਜਾਨ ਸਿੰਘ ਵੀ ਪੁੱਜੇ ਹੋਏ ਸਨ। ਹੁਕਮ ਅਨੁਸਾਰ ਥਾਣਾ ਸਦਰ ਵਿੱਚ ਹਾਦਸੇ ਦੀ ਸੂਚਨਾ ਦਿੱਤੀ ਗਈ ਹੋਈ ਸੀ। ਜਿਸ ਕਾਰ ਨਾਲ ਹਾਦਸਾ ਹੋਇਆ ਉਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਸੀ। ਹਾਦਸੇ ਦੇ ਕਾਰਨ ਦੇਵਨੇਤ ਨਾਲ ਕਈ ਇਕੱਠੇ ਹੋ ਗਏ ਸਨ। ਕਾਰ ਚਲਾਉਣ ਵਾਲੇ ਦਾ ਨਾ ਕਸੂਰ ਸੀ, ਨਾ ਕੋਈ ਕਾਰ ਦਾ ਵਿਸ਼ੇਸ਼ ਨੁਕਸਾਨ ਹੋਇਆ, ਪਰ ਧਮਾਕੇ ਨਾਲ ਇੱਕ ਤਾਂ ਕਵੀ ਜੀ ਦੇ ਵੱਡੇ ਕਾਕੇ ਦੀ ਬਾਂਹ ਤੇ ਦੂਜੇ ਵਿੱਚ ਆਏ ਇੱਕ ਪਠਾਨ ਮੁਸਲਮਾਨ ਫੌਜੀ ਦੀ ਲੱਤ ਟੁੱਟ ਗਈ ਸੀ। ਇੰਨੇ ਚਿਰ ਵਿੱਚ ਬਾਬਾ ਜੀ ਦੀ ਕਾਰ ਪੁੱਜ ਗਈ ਸੀ ਤਾਂ ਜੋ ਮਾਮਲਾ ਗੰਭੀਰ ਨਾ ਬਣ ਜਾਏ। ਬਾਬਾ ਜੀ ਦੇ ਠਹਿਰ ਗਏ ਡਰਾਈਵਰ ਭਾਈ ਗਜਨ ਸਿੰਘ ਅਨੁਸਾਰ ਪੁਲਿਸ ਤੇ ਫੌਜੀ ਡਾਕਟਰਾਂ ਦੀ ਵੈਸੇ ਤਸੱਲੀ ਵੀ ਹੋ ਗਈ ਕਿ ਕਸੂਰ ਜਵਾਨ ਦਾ ਹੀ ਸੀ, ਪਰ ਇਹ ਮਾਮਲਾ ਜਿਸ ਜੁਗਤੀ ਨਾਲ ਉਸੇ ਦਿਨ ਹੀ ਨਜਿੱਠਿਆ ਗਿਆ ਉਸ ਦਾ ਵਰਣਨ ਕਰਨੈਲ ਸੁਜਾਨ ਸਿੰਘ ਦੀ ਹੱਡਬੀਤੀ ਵਿੱਚ ਆਇਆ ਹੈ। ਜਲੰਧਰ ਦੇ ਹੋਰ ਨੇੜੇ ਤੇੜੇ ਦੀ ਸੰਗਤ ਦੀ ਬੇਨਤੀ ਕਰਨ ਤੇ ਬਾਬਾ ਜੀ 2-3 ਦਿਨ ਇੱਥੇ ਠਹਿਰ ਗਏ ਤੇ ਸਵੇਰੇ ਸ਼ਾਮ ਦੇ ਦੀਵਾਨ ਖਾਲਸਾ ਸਕੂਲ ਵਿੱਚ ਸੱਜਣ ਲੱਗ ਪਏ। ਇਹ ਭਾਣਾ ਕਿਹਦੇ ਪੁੰਨਾ ਪਾਪਾਂ ਦੇ ਕਾਰਨ ਵਰਤਿਆ, ਇਸ ਦੇ ਅਸਲੇ ਦੀ ਬਾਬਤ ਤਾਂ ਨਿਰੰਕਾਰ ਹੀ ਜਾਣੇ ਜਾਂ ਬਾਬਾ ਜੀ ਜਾਣਨ, ਪਰ ਕਵੀ ਜੀ ਅਨੁਸਾਰ ਇਸ ਨੂੰ ਦੁਰਘਟਨਾ ਦੀ ਥਾਂ ਇੱਕ ਘਟਨਾ ਹੀ ਕਿਹਾ ਜਾ ਸਕਦਾ ਹੈ, ਜਿਵੇਂ ਕਿ ਹੋਰ ਕਈ ਇਸ ਤੋਂ ਵੱਧ ਗੰਭੀਰ ਘਟਨਾਵਾਂ ਸਿੱਖ ਇਤਿਹਾਸ ਵਿੱਚ ਹੋਈਆਂ ਸਨ। ਕਾਕਾ ਭਗਤ ਸਿੰਘ ਦੀ ਬਾਹਾਂ ਦੀ ਡਾਕਟਰੀ ਸੇਵਾ ਲਈ ਡਾਕਟਰ ਗੰਗਾ ਸਿੰਘ ਬੁਲਾਏ ਗਏ। ਇਸ ਬਾਂਹ ਟੁੱਟਣ ਬਾਬਤ ਬਾਬਾ ਜੀ ਨੇ ਫਰਮਾਇਆ ਕਿ ਜਦੋਂ ਤਕਲੀਫ ਆਉਂਦੀ ਹੈ ਤਾਂ ਆਪਣਿਆਂ ਤੇ ਹੀ ਲੈਣੀ ਪੈਂਦੀ ਹੈ, ਪਰ ਸਪਸ਼ਟ ਹੈ ਕਿ ਇਸ ਨਾਲ ਜਲੰਧਰ ਦੀ ਸੰਗਤ ਨੂੰ ਖੁੱਲ੍ਹੇ ਦਰਸ਼ਨ ਹੋਏ। ਬਾਬਾ ਜੀ ਦੇ ਬਚਨਾਂ ਤੇ ਸੰਤ ਸੰਗ ਦੁਆਰਾ ਸਭ ਨਿਹਾਲ ਹੋ ਗਏ। ਸਰਦਾਰ ਸਰਮੁਖ ਸਿੰਘ ਜੀ ਅਨੁਸਾਰ ਇਸ ਅਵਸਰ ਤੇ ਕਈ ਭੇਦ ਦੇ ਬਚਨ ਬਾਬਾ ਜੀ ਦੇ ਮੁਖਾਰਬਿੰਦ ਤੋਂ ਨਿਕਲ ਜੋ ਬਿਨਾਂ ਆਗਿਆ ਸਰਦਾਰ ਜੀ ਦੱਸਣ ਤੋਂ ਸੰਕੋਚ ਕਰਦੇ ਹਨ। ਛੁੱਟ ਪ੍ਰਸ਼ਾਦ ਦੀ ਬਾਬਤ ਹੁਕਮ ਹੋਣ ਤੇ ਛੋਟੀ ਜਿਹੀ ਟੋਕਰੀ ਲੈ ਕੇ ਮੈਂ ਖੜਾ ਹੋ ਗਿਆ। ਉਸ ਵਿੱਚ ਕੁੱਲ 10 ਰੁਪਏ ਦੀ ਮਠਿਆਈ ਸੀ, ਜੋ 5-6 ਸੇਰ ਹੋਵੇਗੀ। ਉਸ ਵਿੱਚੋਂ ਹੀ ਬਾਬਾ ਜੀ
ਆਪਣੇ ਕਰ ਕਮਲਾਂ ਨਾਲ ਵਰਤਾਉਣ ਲੱਗ ਪਏ। ਪਰ ਦੇ ਬੁੱਖ ਦੇਣ ਲੱਗੇ ਤੇ ਇੱਥੇ ਮਿਕਦਾਰ ਨਾਲ ਸਾਰੀ ਸੰਗਤ ਨੂੰ ਵਰਤਾਉਂਦੇ ਗਏ। ਸਭ ਤੋਂ ਪਹਿਲਾਂ ਕਪਤਾਨ ਸੁਜਾਨ ਸਿੰਘ ਨੂੰ ਦੋਹਰੇ ਗੱਫੇ ਦਿੱਤੇ ਗਏ। 50 ਦੇ ਲਗਭਗ ਸੰਗਤ ਸੀ। ਸਾਰਾ ਪ੍ਰਸ਼ਾਦ ਵਰਤਾ ਕੇ ਬਾਕੀ ਦਾਸ ਨੂੰ ਦਿੱਤਾ, ਬੱਚਿਆਂ ਨੂੰ ਦੇਣ ਲਈ, ਅਤੇ ਅਸੀਂ ਗਵਾਂਢੀਆਂ ਨੂੰ ਵੀ ਦਿੱਤਾ। ਆਪਣੇ ਆਪ ਨੂੰ ਨਾ ਠਹਿਰਨ ਦੀ ਬਾਬਤ ਜਦ ਸੁਭਾਵਕ ਗੱਲ ਚੱਲੀ ਤਾਂ ਸਰਦਾਰ ਸਰਮੁਖ ਸਿੰਘ ਅਨੁਸਾਰ ਬਾਬਾ ਜੀ ਨੇ ਫਰਮਾਇਆ ਕਿ ਅਸੀਂ ਸੰਗਤ ਦੇ ਦਰਸ਼ਨ ਤਾਂ ਕਰਨੇ ਸਨ, ਪਰ ਕਵੀ ਜੀ ਨੇ ਗੌਰ ਨਹੀਂ ਕੀਤਾ। ਸ਼ਹਿਰੋਂ ਲੰਘਣ ਵੇਲੇ ਸਾਡੀ ਅੱਖ ਲੱਗ ਗਈ, ਭਾਵ ਸਮਾਧੀ ਵਿੱਚ ਸੀ। ਪਰ ਇਹ ਗੁਰੂ ਨਾਨਕ ਸਾਹਿਬ ਨੂੰ ਮਨਜ਼ੂਰ ਨਹੀਂ ਸੀ ਕਿ ਸੰਗਤ ਦੀ ਅੱਗੇ ਕੀਤੀ ਹੋਈ ਬੇਨਤੀ ਪੂਰੀ ਨਾ ਹੁੰਦੀ, ਸੋ ਇਵੇਂ ਭਾਣਾ ਵਰਤਿਆ। ਜਲੰਧਰੋਂ ਪਿਆਨਾ ਕਰਕੇ ਠਾਠ ਤੇ ਵਾਪਸ ਆਉਣ ਉਪਰੰਤ ਬਾਬਾ ਜੀ ਦਾ ਛਾਂਗੇ ਮਾਂਗੇ ਵੱਲ ਫੇਰਾ ਪਾਉਣ ਦਾ ਵੀ ਪਤਾ ਲੱਗਾ, ਪਰ ਬਹੁਤ ਸਮਾਂ ਠਾਠ ਤੇ ਹੀ ਰਹੇ। ਅਗਸਤ ਮਹੀਨੇ ਦੀ 9 ਨੂੰ ਗਾਂਧੀ ਜੀ ਦੀ ਚਲਾਈ ਗਈ ਕੁਇਟ ਇੰਡੀਆ ਲਹਿਰ ਕਾਰਨ ਦੇਸ਼ ਵਿੱਚ ਫੜੋ ਫੜੀ ਵੀ ਰਹੀ, ਪਰ ਇਸ ਸੰਬੰਧੀ ਹੋਈ ਕਿਸੇ ਘਟਨਾ ਜਾਂ ਹੋਏ ਕਿਸੇ ਬਚਨ ਦਾ ਪਤਾ ਨਹੀਂ ਲੱਗ ਸਕਿਆ। 24 ਅਕਤੂਬਰ ਦੀ ਤੇ ਫਿਰ 22 ਨਵੰਬਰ ਦੀ ਵੱਡੀ ਪੂਰਨਮਾਸ਼ੀ, 22 ਦਸੰਬਰ ਦੀ ਪੂਰਨਮਾਸ਼ੀ, ਪੌਹ ਸੁਦੀ ਸਪਤਮੀ ਦੇ ਪੁਰਬ ਠਾਠ ਤੇ ਹੀ ਮਨਾਏ ਗਏ, ਜਿਵੇਂ ਕਿ ਕਈ ਹੱਡਬੀਤਿਆਂ ਵਿੱਚੋਂ ਪਤਾ ਲੱਗਦਾ ਹੈ। ਹੁਣ ਮੈਂ ਸੰਨ 1943 ਚੜ੍ਹ ਚੁੱਕਿਆ ਸੀ। ਚੌਧਰੀ ਜੀਵਨ ਸਿੰਘ ਜੀ ਦੀ ਸੰਗਤ ਤੇ ਮੋਢੀ ਅਨੁਸਾਰ ਜਨਵਰੀ ਦੇ ਮਹੀਨੇ ਵਿੱਚ 100 ਦੇ ਕਰੀਬ ਪ੍ਰੇਮੀ ਸੰਗਤ ਬਣ ਕੇ ਸ੍ਰੀ ਅੰਮ੍ਰਿਤਸਰੋਂ ਦਰਸ਼ਨਾਂ ਲਈ ਪੁੱਜੇ। ਉਸ ਵੇਲੇ ਰਾਤ ਦੇ 10 ਵਜੇ ਸਨ। ਕੀਰਤਨ ਦੀ ਸਮਾਪਤੀ ਵਿੱਚ ਥੋੜ੍ਹੀ ਦੇਰ ਹੀ ਸੀ। ਬਾਬਾ ਜੀ ਸੰਗਤ ਦੇ ਦਰਸ਼ਨ ਕਰਕੇ ਬੜੇ ਹੀ ਪ੍ਰਸੰਨ ਹੋਏ। ਸਰਦਾਰ ਨਰਿੰਦਰ ਸਿੰਘ ਜੀ, ਜੋ ਉਸ ਵੇਲੇ ਮੋਗੇ DSP ਸਨ, ਵੀ ਦਰਸ਼ਨਾਂ ਲਈ ਆਏ ਸਨ। ਉਹਨਾਂ ਨੂੰ ਬਾਬਾ ਜੀ ਨੇ ਫਰਮਾਇਆ ਕਿ ਗੁਰੂ ਰਾਮਦਾਸ ਮਹਾਰਾਜ ਦੇ ਸ਼ਹਿਰ ਦੀ ਸੰਗਤ ਆਈ ਹੈ, ਸੇਵਾ ਕਰੋ। ਇਸ਼ਾਰਾ ਸਮਝ ਕੇ ਦਾਸ ਹੱਥ ਬੱਧੀ ਹਾਜ਼ਰ ਹੈ, ਕਹਿ ਸਰਦਾਰ ਜੀ ਉਸੇ ਵੇਲੇ ਮੋਗੇ ਪੁੱਜੇ। ਰਾਤੋਂ ਰਾਤ ਕੜਾਹ ਦਾ ਪ੍ਰਸ਼ਾਦ, ਪੂੜੀਆਂ, ਭਾਜੀ ਆਦਿ ਵੱਡੀ ਗੱਡੀ ਵਿੱਚ ਰੱਖ ਕੇ ਅੰਮ੍ਰਿਤ ਵੇਲੇ ਤੋਂ ਪਹਿਲਾਂ ਹੀ ਠਾਠ ਤੇ ਪੁੱਜ ਗਏ। ਸੰਗਤ ਕੁਝ ਆਰਾਮ ਵੀ ਕਰ ਚੁੱਕੀ ਸੀ। ਬਾਬਾ ਜੀ ਨੇ ਫਰਮਾਇਆ, ਸੰਗਤ ਰਾਤ ਦੀ ਭੁੱਖੀ ਪਾਣੀ ਹੈ, ਮੈਨੂੰ ਨੀਂਦ ਨਹੀਂ ਪਈ। ਜਿਹੜੇ ਪ੍ਰੇਮੀ ਸੁਚੇਤ ਹੋ ਗਏ ਹਨ ਉਹਨਾਂ ਨੂੰ ਛਕਾਓ। ਜੋ ਅੰਮ੍ਰਿਤ ਵੇਲੇ ਤੋਂ ਪਹਿਲਾਂ ਸਭ ਨੂੰ ਪ੍ਰਸ਼ਾਦਾ ਛਕਾ ਕੇ ਤ੍ਰਿਪਤ ਕਰ ਦਿੱਤਾ। ਫਿਰ ਕੀਰਤਨ ਨਾਲ ਨਿਹਾਲ ਕੀਤਾ ਤੇ ਸਰਦਾਰ ਜੀ ਨੂੰ ਵੀ ਪ੍ਰਸੰਨਤਾ ਬਖਸ਼ੀ। ਸੰਗਤ 2 ਦਿਨ ਠਾਠ ਤੇ ਠਹਿਰੀ। ਚੌਧਰੀ ਜੀਵਨ ਸਿੰਘ ਨੇ ਗੁਰਮਤਿ ਦੀਆਂ ਕੁਝ ਚੰਗੀਆਂ ਪੁਸਤਕਾਂ, ਕਬਿਤ ਸਵਈਆ ਕੀਤੀ ਟੀਕ, ਜਪਜੀ ਸਾਹਿਬ ਦਾ ਟੀਕਾ, ਕਿਰਤ ਭਾਈ ਦੇਵਾ ਸਿੰਘ ਜੀ ਮੁਲਤਾਨ ਵਾਲੇ, ਸਹਿਤ ਪਰਮਾਨ ਗੀਤਾ ਆਦਿ ਜਦ ਪੇਸ਼ ਕੀਤੀਆਂ ਤਾਂ ਕਬਿਤ ਸਵਈਆ ਦੀ ਪੁਸਤਕ ਤਾਂ ਰਾਗੀ ਸਿੰਘ ਨੂੰ ਦੇਣ ਦੀ ਹਦਾਇਤ ਕੀਤੀ, ਪਰ ਦੂਜੇ ਟੀਕੇ ਸੰਬੰਧੀ ਫਰਮਾਇਆ ਕਿ ਭਾਈ ਅਸੀਂ ਪੋਤਿਆਂ ਦੋਹਤਿਆਂ ਵਾਲੇ ਹੋ ਗਏ ਹਾਂ, ਦੱਸੋ ਹੁਣ ਅਸੀਂ ਜਪਜੀ ਸਾਹਿਬ ਦੇ ਅਰਥ ਸੰਗਤਾਂ ਨੂੰ ਇਕੱਠੇ ਕਰਕੇ ਲੈ ਆਉਣਾ ਹੈ। ਪਰ ਅਸੀਂ ਆਪ ਜੰਗਲ ਵਿੱਚ ਰਹਿੰਦੇ ਹਾਂ, ਸਾਨੂੰ ਤਕਲੀਫ ਕਰਨੀ ਪੈਂਦੀ ਹੈ। ਫਿਰ ਹੋਰ ਬਚਨ ਕਰਦਿਆਂ ਇਹ ਵੀ ਇਸ਼ਾਰਾ ਕੀਤਾ ਕਿ ਹੁਣ ਅਸਾਂ ਚੋਲਾ ਬਦਲ ਲੈਣਾ ਹੈ, ਖਬਰੇ ਅੱਗੇ ਦਰਸ਼ਨ ਹੋਣ ਕਿ ਨਾ ਹੋਣ। ਇਹ ਬਚਨ ਸੁਣ ਕੇ ਸੰਗਤ ਹੈਰਾਨ ਰਹਿ ਗਈ। ਫਿਰ ਬਾਬਾ ਜੀ ਆਖਣ ਲੱਗੇ ਕਿ ਅਸੀਂ ਕੁਦਰਤ ਦੇ ਸੇਵਕ ਹਾਂ, ਜੋ ਕੁਦਰਤ ਕਰੇ ਅਸੀਂ ਕੁਦਰਤ ਅੱਗੇ ਨਮਸਕਾਰ ਕਰਦੇ ਹਾਂ, ਪਰ ਕੁਦਰਤ ਵੀ ਸਾਨੂੰ ਹੋਣ ਵਾਲੇ ਵਕਤ ਨੂੰ ਪਹਿਲੇ ਦੱਸ ਦਿੰਦੀ ਹੈ। ਹੁਣ ਕੁਦਰਤ ਦਾ ਹੁਕਮ ਆ ਗਿਆ ਹੈ। ਅੱਛਾ, ਜੋ ਹੁਕਮ ਆ ਗਿਆ ਹੈ, ਵਾਹ ਵਾਹ, ਹੁਕਮ ਤੇ ਭਾਈ ਮੰਨਣਾ ਹੋਇਆ। ਨਾਹ ਤੇ ਨਹੀਂ ਨਾ ਕੀਤੀ ਜਾਂਦੀ, ਚੰਗਾ ਜਾਵੋ। ਪ੍ਰਸ਼ਾਦ ਵਰਤਾਨ ਲੱਗ ਪਏ। ਬਾਬਿਆਂ ਦੀਆਂ ਅੱਖਾਂ ਲਾਲ ਹੋ ਗਈਆਂ ਤੇ ਛੁੱਟੀ ਜਾਣ ਦੀ ਕਹਿ ਦਿੱਤੀ। ਸਭ ਦੀ ਹਾਜ਼ਰੀ ਲਾ ਦਿੱਤੀ। ਬਾਹਰ ਨਿਕਲ ਕੇ ਸੰਗਤਾਂ ਬੜੀਆਂ ਉਦਾਸ ਸਨ।
ਕਾਨਾਫੂਸੀ ਕਰਨ ਲੱਗ ਪਈਆਂ। ਆਖਰ ਕੁਦਰਤ ਅੱਗੇ ਸਿਰ ਨਿਵਾ ਕੇ ਘਰੋਂ ਘਰੀ ਵਾਪਸ ਗਈਆਂ। ਮਗਰ ਐਤਕੀ ਸੰਗਤ ਸਖਤ ਉਦਾਸ ਤੇ ਨਿਰਾਸ਼ ਸੀ। ਝੋੜਰਾ ਨਿਵਾਸੀ ਪੁਰਾਣੇ ਸੰਗੀ ਭਾਈ ਸੁੱਚਾ ਸਿੰਘ ਅਨੁਸਾਰ ਫੱਗਣ ਪੂਰਨਮਾਸੀ ਤੋਂ 4 ਦਿਨ ਪਹਿਲਾਂ ਜਦ ਬਾਬਾ ਜੀ ਬਾਰਾਦਰੀ ਦੇ ਬਰਾਂਡੇ ਵਿੱਚ ਦੱਖਣ ਵੱਲ ਬਿਰਾਜਮਾਨ ਸਨ ਤਾਂ ਮੈਂ ਪ੍ਰਸ਼ਾਦ ਰੱਖ ਮੱਥਾ ਟੇਕਿਆ ਤਾਂ ਅੱਗੇ ਸ਼ੇਰਪੁਰੇ ਦਾ ਰਤਨ ਸਿੰਘ ਮਹਿਰਾ ਖਲੋਤਾ ਹੋਇਆ ਸੀ। ਉਸ ਨੂੰ ਤਾਂ ਕਿਹਾ ਕਿ ਬਾਹਰ ਜਾ ਕੇ ਸੇਵਾ ਕਰੋ, ਪਰ ਬਾਬਾ ਈਸ਼ਰ ਸਿੰਘ ਜੀ ਜੋ ਸੀਸ ਤੇ ਮਾਲਿਸ਼ ਕਰਨ ਲੱਗੇ ਸਨ ਦੀ ਬਾਬਤ ਫਰਮਾਨ ਲੱਗੇ ਕਿ ਇਹਨਾਂ ਨੂੰ ਝੋੜਰੀ ਲੈ ਜਾਓ, ਪਰ ਘਰ ਨਾ ਜਾਣ, ਠਾਠ ਵਿੱਚ ਹੀ ਰਹਿਣ। ਮੈਂ 1 ਮਿੰਟ ਵਿਚਾਰ ਕੇ ਬੇਨਤੀ ਕੀਤੀ ਕਿ ਬਾਬਾ ਜੀ ਝੋੜਰੀ ਕਿਉਂ ਲੈ ਜਾਈਏ, ਤੁਹਾਡੇ ਚਰਨਾਂ ਵਿੱਚ ਰਹਿ ਕੇ ਸੇਵਾ ਕਰਨਗੇ। ਪਰ ਬਾਬਾ ਜੀ ਹੁਣ ਐਵੇਂ ਹੀ ਹੈ, ਸਾਨੂੰ ਦਰਗਾਹ ਵਿੱਚੋਂ 4 ਸੌਦੇ ਆ ਚੁੱਕੇ ਹਨ। ਗੁਰਸਿੱਖਾਂ ਸੰਗੀਆਂ ਨੇ ਬਹੁਤ ਸੁੰਦਰ ਵਿਬਾਨ ਦੇਖਿਆ ਹੈ। ਅਸਾਂ ਨਿਰੰਕਾਰ ਤੋਂ 4 ਦਿਨ ਮੰਗ ਕੇ ਲਏ ਹਨ, ਕਿਉਂਕਿ ਦੂਰ ਦਰਾਂਡਿਓ ਸੰਗਤਾਂ ਨੇ ਆਉਣਾ ਹੈ। ਇਹ ਬਚਨ ਸੁਣ ਕੇ ਅਸੀਂ ਦੋਵੇਂ ਤਾਂ ਰੋਣ ਲੱਗ ਪਏ। ਸਾਡਾ ਹਾਲ ਕੀ ਹੋਵੇਗਾ? ਬਾਬਾ ਜੀ ਤੁਹਾਡਾ ਹਾਲ ਬਣਾ ਚੱਲੇ ਹਾਂ। ਇਹਨਾਂ ਨੇ ਸਾਡੀ ਬੜੀ ਸੇਵਾ ਕੀਤੀ ਹੈ, ਸੇਵਾ ਕਰਕੇ ਸਾਨੂੰ ਵਸ ਕਰ ਲਿਆ ਹੈ। ਅਸੀਂ ਮਰਿਆਦਾ ਸਥਾਪਨ ਕਰਨ ਲਈ ਆਏ ਸੀ, ਉਹ ਕਰ ਦਿੱਤੀ ਹੈ। ਸਾਨੂੰ ਕਾਇਮ ਰੱਖਣਾ, ਅਸੀਂ ਤੁਹਾਡੇ ਅੰਗ ਸੰਗ ਹਾਂ। ਫੱਗਣ ਹੋਲੀਆਂ ਦੀ ਪੂਰਨਮਾਸ਼ੀ ਪਰ ਅੱਗੇ ਵਾਂਗ ਬਹੁਤ ਸੰਗਤ ਇਕੱਠੀ ਹੋਈ ਤੇ ਰਾਤ ਦਾ ਸਮਾਗਮ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਪਰ ਅਗਲੇ ਹੀ ਦਿਨ ਇੱਕ ਦਿਲ ਹਲਾਊ ਭਾਣਾ ਵਰਤਿਆ। ਇਹ ਸੀ ਦਰਗਾਹੀ ਸੱਦਾ। ਬਹੁਤ ਬੈਠਣ ਜਾਂ ਹੋਰ ਕਾਰਨਾਂ ਕਰਕੇ ਬਾਬਾ ਜੀ ਦੇ ਸਰੀਰ ਨੂੰ ਖੂਨੀ ਬਵਾਸੀਰ ਦੀ ਤਕਲੀਫ ਤਾਂ ਰਹਿੰਦੀ ਸੀ। ਸੂਝਵਾਨ ਨੇ ਇਸ ਨੂੰ ਕੈਂਸਰ ਆਫ ਕੋਲੋਨ ਵੀ ਕਹਿੰਦੇ ਸਨ। ਕਾਰਨ ਕੁਝ ਵੀ ਹੋਵੇ, ਰੋਗ ਨੇ ਹੱਦੋਂ ਵੱਧ ਜ਼ੋਰ ਪਕੜ ਲਿਆ। ਜੰਗਲ ਬੈਠੇ ਹੋਏ ਸਨ। ਕਵੀ ਜੀ ਅਨੁਸਾਰ ਲਹੂ ਬੰਦ ਹੋਣ ਤੇ ਹੀ ਨਾ ਆਵੇ। ਕਹਿਣ ਲੱਗੇ, ਕਵੀ ਸਾਡਾ ਵਿਬਾਨ ਆਇਆ ਹੈ, ਦਿਸਦਾ ਹੈ। ਕਵੀ ਜੀ ਆਪਣੇ ਸੁਭਾਅ ਅਨੁਸਾਰ ਦਿਸਦਾ ਤਾਂ ਹੈ ਨਹੀਂ, ਪਰ ਆਪ ਸੱਚ ਫਰਮਾਉਂਦੇ ਹੋ। ਇਸ ਪਰ ਕੋਲ ਬਿਠਾ ਕੇ ਸਾਡਾ ਵਾਲੀ ਵਾਰਸ ਕੌਣ? ਮੁੱਠੀਆਂ ਮੀਟ ਕੇ ਬਹਿ ਗਏ। ਸਤਿਗੁਰ ਦੇ ਘਰ ਘਾਟਾ ਨਹੀਂ, ਬੇਨਤੀ ਕਰ ਲਵੋ। ਕਵੀ ਜੀ ਦੇ ਉੱਠ ਕੇ ਚੱਲਣ ਤੇ ਕੀ ਕਰੇਗਾ? ਫਿਰ ਸਮਝਾਇਆ ਕਿ ਇਵੇਂ ਬੇਨਤੀ ਕਰੋ। ਇਸ ਸਮੇਂ ਮੁਖੀ ਸੰਗੀਆਂ ਨੂੰ ਅੰਦਰ ਬੁਲਾਇਆ ਗਿਆ ਤੇ ਕਵੀ ਜੀ ਨੇ ਦੱਸਿਆ ਕਿ ਬਾਬਿਆਂ ਦੀ ਤਾਂ ਤਿਆਰੀ ਹੈ। ਸਭ ਨੇ ਬੜੇ ਵੈਰਾਗ ਵਿੱਚ ਆ ਕੇ ਬੇਨਤੀ ਕੀਤੀ ਕਿ ਕੀ ਕਰਨਾ ਚਾਹੀਦਾ ਹੈ। ਸੰਗਤ ਵਾਸਤੇ ਬੜੀ ਮੁਸ਼ਕਲ ਹੋ ਜਾਏਗੀ, ਪਰ ਸਾਨੂੰ ਕਮਜ਼ੋਰੀ ਬਹੁਤ ਹੋ ਗਈ ਹੈ। ਸੰਗਤ ਅਜੇ ਅਣਜਾਣੀ ਹੈ। ਤੁਸੀਂ ਅਰਦਾਸ ਕਰ ਵੇਖੋ, ਸ਼ਾਇਦ ਨਿਰੰਕਾਰ ਕੁਝ ਹੋਰ ਸਮਾਂ ਬਖਸ਼ ਦੇਵੇ। ਅਸੀਂ ਤਾਂ ਇਸ ਵਿੱਚ ਕੁਝ ਨਹੀਂ ਕਰ ਸਕਦੇ। ਸਾਡਾ ਜੀਵਨ ਤਾਂ ਤੁਹਾਡੇ ਪੁੰਨਾਂ ਦੇ ਅਧੀਨ ਹੈ। ਆਪਣੇ ਪੁੰਨ ਵਧਾਓ, ਅਰਦਾਸਾਂ ਕਰੋ। ਇਸ ਪਰ ਅੱਗੇ ਕਵੀ ਜੀ ਨੇ ਤੇ ਪਿੱਛੇ ਸਾਰੀ ਸੰਗਤ ਨੇ ਅਰਦਾਸ ਕੀਤੀ, ਜਿਸ ਦਾ ਭਾਵ ਸੀ ਕਿ ਸੱਚੇ ਪਾਤਸ਼ਾਹ ਸੰਗਤ ਨੂੰ ਬਾਬਾ ਜੀ ਦੀ ਹੋਰ ਲੋੜ ਹੈ, ਕਿਰਪਾ ਕੀਤੀ ਜਾਵੇ। ਉਪਰੰਤ ਜਦ ਹੁਕਮਨਾਮਾ ਲਿਆ ਤਾਂ ਪਿੰਗਲ ਪਰਬਤ ਪਾਰ ਪਰੇ ਵਾਲਾ ਬਖਸ਼ਿਸ਼ ਭਰਿਆ ਸੀ। ਬਾਬਾ ਜੀ ਨੇ ਬਾਹਰ ਆ ਕੇ ਫਰਮਾਇਆ, ਲੈ ਪਈ ਸੰਗਤ ਦੀ ਸੁਣੀ ਗਈ। ਇਸ ਵੇਲੇ ਨਿਰੰਕਾਰ ਨੇ 6 ਮਹੀਨੇ ਦੀ ਮੋਹਲਤ ਬਖਸ਼ੀ ਹੈ। ਹੁਣ ਸੰਗਤ ਵਿੱਚ ਪਾਠ ਵੰਡੋ। ਸਭ ਨੂੰ ਬੜੀ ਠਾਰਸ ਹੋ ਗਈ। ਜਿਸ ਪਰ ਹਾਜ਼ਰ ਸੰਗਤ ਵਿੱਚ ਪਾਠ ਲਏ। ਫਿਰ ਸਾਧਾਰਨ ਪਾਠ ਵੇਰਵਾ ਨਾ ਹੁਣ ਯਾਦ ਤੇ ਨਾ ਹੀ ਅੰਕਿਤ ਕਰਨਾ ਉਚਿਤ ਹੈ। ਛੁੱਟ ਮਾਝੇ ਦੇ ਇੱਕ ਗੋਦੜੀ ਦੇ ਲਾਲ ਦੇ ਉਸ ਇਲਾਕੇ ਨੇ 101 ਅਖੰਡ ਪਾਠ ਕਰਵਾਏ ਤੇ ਉਹ ਵੀ ਪੂਰੀ ਮਰਿਆਦਾ ਅਨੁਸਾਰ ਸਨ। ਤਾਂ ਉਸ ਦੀ ਘਰਵਾਲੀ ਨੇ ਉੱਤਰ ਦਿੱਤਾ ਕਿ ਸਾਨੂੰ ਬਾਬਾ ਜੀ ਮਹਾਰਾਜ ਨੇ ਇਹੋ ਮਰੱਬੇ ਦਿੱਤੇ ਹਨ। ਭੋਗ ਪੈਣ ਤੇ ਉਹਨਾਂ ਨੇ ਸਾਰਿਆਂ ਨੂੰ ਪ੍ਰਸ਼ਾਦ ਛਕਣ ਲਈ ਸੱਦਿਆ, ਪਰ ਉਸ ਦੀ ਹੇਠ ਹੀ ਕਰਨ ਵਾਸਤੇ ਸ਼ਰੀਕੇ ਨੇ ਹੱਦੋਂ ਵੱਧ ਲੰਗਰ ਵਰਤਾਇਆ ਤਾਂ ਕਿ ਲੰਗਰ ਮੁੱਕ ਜਾਵੇ ਤੇ ਇਸ ਦੀ ਬਦਨਾਮੀ ਹੋਵੇ। ਪਰ ਲੰਗਰ ਵਿੱਚ ਐਸੀ ਬਰਕਤ ਪਈ ਕਿ ਇਤਨਾ ਵਰਤਾਏ ਜਾਣ ਤੇ ਵੀ ਅਗਲੇ ਦਿਨ ਤੱਕ ਵੀ ਨਾ ਮੁੱਕਿਆ।
ਸਾਰੀ ਸੰਗਤ ਨੂੰ ਉਸੇ ਸ਼ਾਮ ਘਰੋਂ ਘਰੀ ਜਾਣ ਦੀ ਆਗਿਆ ਮਿਲ ਗਈ ਤੇ ਅਗਲੇ ਦਿਨ ਹੀ ਬਾਬਾ ਜੀ ਨੇ ਦੇਹਰਾਦੂਨ ਲਈ ਪੈਰਨਾ ਕਰ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।